ਅੰਦੋਲਨ ਦੀ ਕਹਿੰਦੇ ਗੱਲ ਹੋ ਰਹੀ ਹੈ, ਠੀਕ ਹੈ, ਅੰਦੋਲਨ ਦੇ ਬਾਰੇ ਦੱਸ ਰਹੇ ਨੇ ਕਿਵੇਂ ਚੱਲ ਰਿਹਾ, ਕੀ ਹੋ ਰਿਹਾ। ਕਹਿੰਦੇ ਕਾਲਾ ਕੀ ਹੈ ਉਹਦੇ ਬਾਰੇ ਕੋਈ ਨਹੀਂ ਕਹਿਣਾ। ਕਾਲਾ ਇਹਨਾਂ ਦਾ ਜਿਹੜਾ ਨੀਅਤ ਹੈ ਉਹ ਕਾਲੀ ਹੈ। ਰੈਪਿਡ ਪੁਲਿਸ ਫੋਰਸ ਨੇ ਐਂ ਘੇਰ ਕੇ ਰੱਖਿਆ ਜਿਸ ਤਰ੍ਹਾਂ ਪਤਾ ਨਹੀਂ ਉਹਨਾਂ ਬੰਦਿਆਂ ਨੇ ਕਿੱਡਾ ਵੱਡਾ ਕੋਈ ਗੁਨਾਹ ਕਰ ਦਿੱਤਾ ਹੁੰਦਾ ਪੀਸਫੁਲ ਪ੍ਰੋਟੈਸਟਰਸ ਨੇ। ਤੁਸੀਂ ਕਿਹਾ ਸੀ ਮੈਂ ਇੱਕ ਟੈਲੀਫੋਨ ਅਵੇ, ਘੱਟ ਤੋਂ ਘੱਟ ਅੱਜ ਹੀ ਸਾਨੂੰ ਪਾਰਲੀਮੈਂਟ ਦੇ ਫਲੋਰ ਤੇ ਕਹਿ ਦਿੰਦੇ ਕਿ ਆਹ ਮੇਰਾ ਨੰਬਰ ਹੈ, ਕਿਸਾਨਾਂ ਨੂੰ ਕਹੋ ਮੇਰੇ ਨਾਲ ਇਨ ਟੱਚ ਹੋ ਜਾਓ। ਜਿਹੜਾ ਮੋਦੀ ਸਾਹਿਬ ਨੇ ਰਿਫਾਰਮ ਕੀਤਾ ਕਾਰਪੋਰੇਟਸ ਦੇ ਹੱਕ 'ਚ ਕੀਤਾ। ਅੰਦੋਲਨ ਜੀਵੀ ਇੱਕ ਨਵੀਂ ਟਰਮ ਕੱਢ ਦਿੱਤੀ ਹੈ ਪ੍ਰਧਾਨ ਮੰਤਰੀ ਮੋਦੀ। ਉਹਨਾਂ ਨੇ ਕਹਿੰਦੇ ਕੁਝ ਅੰਦੋਲਨ ਜੀਵੀ ਹੈਗੇ ਨੇ ਜਿਹੜੇ ਮੌਕਾ ਦੇਖਦੇ ਨੇ, ਫਿਰ ਉਹ ਭਾਵੇਂ ਕਿਸਾਨਾਂ ਦਾ ਹੋਵੇ, ਲਾਇਰਸ ਦਾ ਹੋਵੇ, ਸਟੂਡੈਂਟਸ ਦਾ ਹੋਵੇ। ਬਟ ਲੈਫਟਿਸਟ ਪਾਰਟੀਆਂ ਤੇ ਸੀ। ਸੰਸਦ ਦੇ ਵਿੱਚ ਵੱਖੋ-ਵੱਖ ਸੰਸਦਾਂ ਦੇ ਵੱਲੋਂ ਕਿਸਾਨੀ ਅੰਦੋਲਨ ਦੀ ਆਵਾਜ਼ ਚੱਕੀ ਜਾ ਰਹੀ ਹੈ। ਪਰ ਗੱਲ ਕਰੀਏ ਪ੍ਰਤਾਪ ਸਿੰਘ ਬਾਜਵਾ ਉਹਨਾਂ ਦੀ, ਤਾਂ ਜੋ ਆਵਾਜ਼ ਉਹਨਾਂ ਦੇ ਵੱਲੋਂ ਚੱਕੀ ਗਈ ਉਸ ਦਾ ਜ਼ਿਕਰ ਪੂਰੇ ਸੰਸਾਰ ਭਰ ਦੇ ਵਿੱਚ ਹੋਇਆ। ਤੇ ਅੱਜ ਦੀ ਜੇਕਰ ਖਾਸ ਤੌਰ ਦੇ ਉੱਤੇ ਗੱਲ ਕਰੀਏ ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਖਾਸ ਤੌਰ ਦੇ ਉੱਤੇ ਜ਼ਿਕਰ ਪ੍ਰਤਾਪ ਸਿੰਘ ਬਾਜਵਾ ਦੀ ਗੱਲ ਦਾ ਕਰਦੇ ਹੋਏ ਨਜ਼ਰ ਆਏ ਨੇ। ਸਾਡੇ ਨਾਲ ਪ੍ਰਤਾਪ ਸਿੰਘ ਬਾਜਵਾ ਨਹੀਂ ਮੌਜੂਦ ਨੇ। ਬਾਜਵਾ ਸਾਹਿਬ, ਅੱਜ ਪ੍ਰਧਾਨ ਮੰਤਰੀ ਉਹਨਾਂ ਨੇ ਵੀ ਤੁਹਾਡੀ ਗੱਲ ਦਾ ਜ਼ਿਕਰ ਕੀਤਾ, ਮਤਲਬ ਚੰਗੀ ਤਰੀਕੇ ਦੇ ਨਾਲ ਉਹ ਸੁਣੀ ਹੋਊਗੀ ਸਪੀਚ, ਤਾਂ ਅੱਜ ਉਸ ਦਾ ਜ਼ਿਕਰ ਕਰਦੇ ਹੋਏ ਕਹਿੰਦੇ ਨਜ਼ਰ ਆਏ ਕਿ ਸ਼ੁਕਰ ਹੈ ਐਮਰਜੈਂਸੀ ਵਾਲੇ ਪਾਸੇ ਤੱਕ ਨਹੀਂ ਪਹੁੰਚ ਗਏ। ਕੀ ਲੱਗਦਾ ਅੱਜ ਦੀ ਪ੍ਰਧਾਨ ਮੰਤਰੀ ਦੀ ਤੁਸੀਂ ਸਪੀਚ ਨੂੰ ਉੱਥੇ ਬੈਠੇ ਹੋਏ ਤੁਸੀਂ ਕੀ ਐਨਾਲਾਈਜ਼ ਕੀਤਾ ਹੈ? ਦੇਖੋ, ਐਨਾਲਾਈਜ਼ ਤਾਂ ਮੈਂ ਕੀਤਾ ਕਿ ਕੁਝ ਉਹਦੇ ਵਿੱਚ ਪੋਜ਼ਿਟਿਵ ਸਨ, ਕੁਝ ਉਹਦੇ ਵਿੱਚ ਨੈਗੇਟਿਵ ਸਨ। ਪੋਜ਼ਿਟਿਵ ਇਹ ਸੀ ਕਿ ਪੰਜਾਬੀਆਂ ਦੀ ਤੇ ਸਿੱਖਾਂ ਦੀ ਜਿਹੜੀ ਕੰਟਰੀਬਿਊਸ਼ਨ ਹੈ ਦੇਸ਼ ਦੀ ਆਜ਼ਾਦੀ ਦੇ ਵਿੱਚ, ਦੇਸ਼ ਦੀ ਆਜ਼ਾਦੀ ਤੋਂ ਬਾਅਦ ਸਾਡੇ ਬਾਰਡਰਸ ਨੂੰ ਸੇਫ ਰੱਖਣ ਦੇ ਵਿੱਚ, ਉਸ ਦਾ ਤੇ ਉਹਨਾਂ ਨੇ ਜ਼ਰੂਰ ਇਹ ਗੱਲ ਕਹੀ ਹੈ ਕਿ ਮੈਂ ਬਹੁਤ ਚੰਗੀ ਤਰ੍ਹਾਂ ਜਾਣਦਾ ਕਿਉਂਕਿ ਮੈਂ ਵੀ ਪੰਜਾਬ 'ਚ ਕੰਮ ਕੀਤਾ ਕਿ ਇਹਨਾਂ ਦੀਆਂ ਸੈਕਰੀਫਾਈਸਿਸ ਜਿਹੜੀਆਂ ਨੇ ਉਹ ਨਜ਼ਰਅੰਦਾਜ਼ ਨਹੀਂ ਕੀਤੀਆਂ ਜਾ ਸਕਦੀਆਂ। ਐਜ਼ ਅ ਮਿਨੋਰਿਟੀ ਮੈਂ ਸਮਝਦਾ ਇੱਕ ਖੁਸ਼ੀ ਵਾਲੀ ਗੱਲ ਹੈ। ਬਟ ਮੈਂ ਸਮਝਦਾ ਕਿ ਅੱਜ ਜੇ ਪ੍ਰਧਾਨ ਮੰਤਰੀ ਜੀ ਜਿੱਥੇ ਇਹ ਗੱਲ ਕਹਿ ਰਹੇ ਸੀ, ਇਹ ਜੇ ਆਪਣੇ ਲੋਕ ਜਿਹੜੇ ਇਹਨਾਂ ਦੀ ਪਾਰਟੀ ਨਾਲ ਤਾਲੁਕ ਰੱਖਦੇ ਨੇ, ਜਿਨ੍ਹਾਂ ਨੇ ਪੰਜਾਬੀਆਂ ਨੂੰ ਤੇ ਸਿੱਖਾਂ ਨੂੰ ਐਂਟੀ ਨੈਸ਼ਨਲ ਕਹਿ ਦਿੱਤਾ, ਖਾਲਿਸਤਾਨੀ ਕਹਿ ਦਿੱਤਾ, ਗਦਾਰ ਤੱਕ ਸ਼ਬਦ ਇਸਤੇਮਾਲ ਕਰ ਦਿੱਤਾ, ਜੇ ਉਹਨਾਂ ਨੂੰ ਵੀ ਡਰੈਸਿੰਗ ਡਾਊਨ ਦੇ ਦਿੰਦੇ, ਉਹਨਾਂ ਨੂੰ ਵੀ ਵਾਰਨਿੰਗ ਦੇ ਦਿੰਦੇ ਕਿ ਬੰਦੇ ਦੇ ਪੁੱਤਰ ਬਣ ਕੇ ਰਹੋ, ਇਹੋ ਜੀ ਗੱਲ ਬਿਲਕੁਲ ਨਹੀਂ ਤੁਸੀਂ ਕਰਨੀ, ਇਹ ਸਾਡੇ ਭਰਾ ਨੇ, ਇਹਨਾਂ ਦੀਆਂ ਦੇਸ਼ ਦੀ ਆਜ਼ਾਦੀ ਵਿੱਚ ਨਮਾਇਆ ਰੋਲ ਹੈ, ਹਿੰਦੁਸਤਾਨ ਦਾ ਚਿਹਰਾ ਮੋਹਰਾ ਬਚਾਉਣ ਦੇ ਵਿੱਚ ਅੱਜ ਇਹਨਾਂ ਦਾ ਨਮਾਇਆ ਰੋਲ ਹੈ। ਆਰਮਡ ਫੋਰਸਿਸ, ਪੈਰਾਮਿਲਟਰੀ ਫੋਰਸਿਸ, ਭਾਵੇਂ ਕਿਸੇ ਸਫੇਅਰ ਦੀ ਗੱਲ ਕਰ ਲਓ ਤੇ ਮੇਰਾ ਖਿਆਲ ਹੋਰ ਅੱਛਾ ਹੁੰਦਾ। ਦੂਜੀ ਗੱਲ ਹੈ 194 ਸਾਡੇ ਵੀਰ ਜਿਹੜੇ ਉਦੋਂ ਦੇ ਇਸ ਸੰਘਰਸ਼ ਦੇ ਵਿੱਚ ਦਿੱਲੀ ਦੇ ਬਾਰਡਰਾਂ ਤੇ ਨੇ, ਉਹ ਤਕਰੀਬਨ ਉਹਨਾਂ ਦੀ ਇੱਥੇ ਡੈਥ ਹੋ ਚੁੱਕੀ ਹੈ। ਉਹਨਾਂ ਬਾਰੇ ਇੱਕ ਸ਼ਬਦ ਸਹਾਨੁਭੂਤੀ ਦਾ ਨਹੀਂ ਕਿਹਾ ਗਿਆ, ਜਿਹੜਾ ਸਾਨੂੰ ਬਹੁਤ ਅਫਸੋਸ ਹੈ। ਦੂਸਰੀ ਗੱਲ ਹੈ, ਮੈਨੂੰ ਯਾਦ ਕਰਾਇਆ ਕਿ ਬਾਜਵਾ ਸਾਹਿਬ ਤੁਹਾਨੂੰ ਐਮਰਜੈਂਸੀ ਦਾ ਜ਼ਿਕਰ ਕਰਿਆ, ਐਮਰਜੈਂਸੀ ਨੂੰ ਤਾਂ 50 ਸਾਲ ਹੋ ਗਏ। ਤੁਸੀਂ ਜਿਹੜੇ ਅੱਜ ਐਮਰਜੈਂਸੀ ਦੇ ਹਾਲਾਤ ਤੁਹਾਡੀ ਸਰਕਾਰ ਨੇ ਬਣਾਏ ਨੇ ਉਹਦੇ ਤੇ ਤੁਸੀਂ ਕੋਈ ਚਿੰਤਾ ਹੀ ਨਹੀਂ ਪ੍ਰਗਟਾਈ। ਤੁਸੀਂ ਦਿੱਲੀ ਨੂੰ ਇੱਕ ਬਰਲਿਨ ਵਾਲ ਕ੍ਰੀਏਟ ਕਰ ਰਹੇ ਹੋ। ਤੁਸੀਂ ਜਿਸ ਤਰ੍ਹਾਂ ਕਿਸੇ ਟਾਈਮ ਜਰਮਨਸ ਨੇ ਉੱਥੇ ਕਨਸੈਂਟਰੇਸ਼ਨ ਕੈਂਪ ਬਣਾਏ ਸੀ, ਇਸ ਤਰ੍ਹਾਂ ਹੀ ਇੱਥੇ ਵੱਡੀਆਂ ਤੁਸੀਂ ਕੰਕਰੀਟ ਦੀਆਂ ਦੀਵਾਰਾਂ ਖੜੀਆਂ ਕਰਨੀਆਂ ਸ਼ੁਰੂ ਕਰਤੀਆਂ, ਕੀ ਕਹਿੰਦੇ ਨੇ ਕੰਡੇਦਾਰ ਤਾਰਾਂ ਲਾਣੀਆਂ ਸ਼ੁਰੂ ਕਰ ਦਿੱਤੀਆਂ, ਕਿੱਲ ਗੱਡਣੇ ਸ਼ੁਰੂ ਕਰ ਦਿੱਤੇ ਨੇ। ਰੈਪਿਡ ਪੁਲਿਸ ਫੋਰਸ ਨੇ ਐਂ ਘੇਰ ਕੇ ਰੱਖਿਆ ਜਿਸ ਤਰ੍ਹਾਂ ਪਤਾ ਨਹੀਂ ਉਹਨਾਂ ਬੰਦਿਆਂ ਨੇ ਕਿੱਡਾ ਵੱਡਾ ਕੋਈ ਗੁਨਾਹ ਕਰ ਦਿੱਤਾ ਹੁੰਦਾ ਪੀਸਫੁਲ ਪ੍ਰੋਟੈਸਟਰਸ ਨੇ। ਇੰਟਰਨੈਟ ਕੱਟ ਦਿੱਤਾ, ਪਾਣੀ ਦੇ ਕਨੈਕਸ਼ਨ ਕੱਟ ਦਿੱਤੇ, ਬਿਜਲੀ ਦੇ ਕਨੈਕਸ਼ਨ ਕੱਟ ਦਿੱਤੇ। ਜਿਹੜੀ ਇੱਕ ਮੁੱਢਲੀ ਜ਼ਰੂਰੀਅਤ ਇੱਕ ਡੈਮੋਕ੍ਰੇਸੀ 'ਚ ਹੁੰਦੀ ਹੈ, ਵਾਸ਼ਰੂਮਸ ਨੇ, ਟਾਇਲਟਸ ਨੇ, ਉਹ ਸਾਰਿਆਂ ਦੀ ਸਫਾਈ ਬੰਦ ਕਰਾਤੀ, ਉਹਨਾਂ ਦੇ ਪਾਣੀ ਦੇ ਕਨੈਕਸ਼ਨ ਕੱਟ ਦਿੱਤੇ। ਇਸ ਕਿਸਮ ਦੇ ਹਾਲਾਤ ਦੇ ਨਾਲ ਮੈਂ ਉਦੋਂ ਬੋਲਦੇ ਵੀ ਇਹ ਗੱਲ ਕਹੀ ਸੀ ਕਿ ਈਦੀ ਮੀਨ ਦੇ ਰਾਜ 'ਚ ਸਦਾਮ ਹੁਸੈਨ ਦੇ, ਕਰਨਲ ਗਦਾਫੀ ਦੇ ਜਾਂ ਤਾਲਿਬਾਨ ਦੇ ਅਫਗਾਨਿਸਤਾਨ 'ਚ ਸੁਣਿਆ ਸੀ। ਮਹਾਤਮਾ ਗਾਂਧੀ ਦੇ ਦੇਸ਼ 'ਚ ਇਸ ਕਿਸਮ ਦੇ ਹਾਲਾਤ ਸਾਡੀ ਆਪਣੀ ਸਰਕਾਰ ਬਣਾਏ, ਫਿਰ ਉਹਨਾਂ ਦੇ ਖਿਲਾਫ ਬਣਾਏ ਜਿਹੜੇ ਚੁਣਨ ਵਾਲੇ ਨੇ ਤੁਹਾਨੂੰ। ਕੋਈ ਕਾਂਗਰਸ ਨਾਲ ਦਾਵਤ ਹੋਏ, ਆਪੋਜੀਸ਼ਨ ਨਾਲ ਤੇ ਸੁਣੀ ਜਾ ਸਕਦੀ ਹੈ, ਮੰਨੀ ਜਾ ਸਕਦੀ, ਤੁਹਾਡੀ ਕੋਈ ਖਿੱਚਾਤਾਣੀ ਹੋ ਸਕਦੀ, ਅਦਾਵਤ ਹੋ ਸਕਦੀ। ਜਿਹੜਾ ਤੁਹਾਡਾ ਵੋਟਰ ਹੈ, ਜਿਹੜਾ ਸਾਡਾ ਅੰਨਦਾਤਾ ਹੈ, ਉਹਦੀ ਜੈਨੂਇਨ ਗੱਲ ਮੰਨਣ ਵਾਸਤੇ ਆਪਾਂ ਇਹ ਕੰਮ ਕਰ ਰਹੇ ਹਾਂ। ਸੋ ਉਹਦੇ ਬਾਰੇ ਇਹਨਾਂ ਚਰਚਾ ਨਹੀਂ ਕੀਤੀ। ਇਹਦੇ ਬਾਰੇ ਮੈਨੂੰ ਭਾਰੀ ਅਫਸੋਸ ਹੈ। ਇਹਨਾਂ ਨੂੰ ਜ਼ਰੂਰ ਕਹਿਣਾ ਚਾਹੀਦਾ। ਇਹ ਜ਼ਰੂਰ ਗੱਲ ਕਹੀ ਮੈਂ ਤਿਆਰ ਹਾਂ। ਮੈਂ ਕਿਹਾ ਜੀ ਤੁਸੀਂ ਤੇ ਤਿਆਰ ਹੋ, ਤੁਸੀਂ ਕਿਹਾ ਸੀ ਮੈਂ ਇੱਕ ਟੈਲੀਫੋਨ ਅਵੇ, ਘੱਟ ਤੋਂ ਘੱਟ ਅੱਜ ਹੀ ਸਾਨੂੰ ਪਾਰਲੀਮੈਂਟ ਦੇ ਫਲੋਰ ਤੇ ਕਹਿ ਦਿੰਦੇ ਕਿ ਆਹ ਮੇਰਾ ਨੰਬਰ ਹੈ, ਕਿਸਾਨਾਂ ਨੂੰ ਕਹੋ ਮੇਰੇ ਨਾਲ ਇਨ ਟੱਚ ਹੋ ਜਾਓ। ਤੋਮਰ ਸਾਹਿਬ ਤੇ ਉਹਨਾਂ ਨੂੰ ਫੇਤ ਹੈ ਨਹੀਂ, ਗੱਲ ਉਹ ਕਿਹਦੇ ਨਾਲ ਕਰਨ। ਤੁਸੀਂ ਜ਼ੁਬਾਨੀ ਗੱਲ ਜ਼ਰੂਰ ਕਹਿ ਦਿੱਤੀ ਹੈ
ਕਿੱਲਾ ਉੱਥੇ ਦਾ ਉੱਥੇ ਹੀ ਰੱਖਿਆ ਜੀ। ਤੁਸੀਂ ਟੈਲੀਫੋਨ ਨੰਬਰ ਦਿੰਦੇ ਲੋਕ, ਪੰਜਾਬ ਦੇ ਕਿਸਾਨ ਵੀ ਜਿਹੜੇ ਜਾਂ ਹਰਿਆਣੇ ਦਾ ਕਿਸਾਨ ਹੈ ਜਾਂ ਵੈਸਟਰਨ ਯੂਪੀ ਦਾ, ਉਹ ਤੇ ਆਪਣੀ ਗੱਲ ਕਰਵਾ ਕੇ ਵਿਚਾਰਾ ਜਾਣਾ ਚਾਹੁੰਦਾ ਵਾਪਸ, ਕੋਈ ਸੁਣਨ ਵਾਲਾ ਹੋਏ। ਬਾਜਵਾ ਸਾਹਿਬ, ਜਿਸ ਤਰੀਕੇ ਦੇ ਨਾਲ ਇਹ ਅੰਦੋਲਨ ਚੱਲਿਆ, ਹੁਣ ਵੀ ਚੱਲ ਰਿਹਾ ਹੈਗਾ, ਇੱਕ ਇਸਨੇ ਮੈਸੇਜ ਪੂਰੇ ਵਰਲਡ ਦੇ ਵਿੱਚ ਪਹੁੰਚਾ ਦਿੱਤਾ ਸੀ ਕਿ ਪੀਸਫੁਲੀ ਬੈਠੇ ਹੋਏ ਨੇ। ਸਿੱਖਾਂ ਦੀ ਜੋ ਇੱਕ ਇਮੇਜ ਸੀ ਉਹ ਵੀ ਸਾਰੇ ਸੰਸਾਰ ਭਰ ਦੇ ਵਿੱਚ ਗਈ। 26 ਨੂੰ ਜੋ ਹੁੰਦਾ ਹੋਏਗਾ, ਇੱਕ ਵਾਰ ਫੇਰ ਤੋਂ ਉਹ ਸਵਾਲ ਖੜੇ ਹੋ ਜਾਂਦੇ ਨੇ, ਲੋਕ ਆਮੋ ਸਾਹਮਣੇ ਹੋ ਜਾਂਦੇ ਨੇ। ਅੱਜ ਪ੍ਰਧਾਨ ਮੰਤਰੀ ਫੇਰ ਮੋਦੀ ਉਹੀ ਜ਼ਿਕਰ ਕਰਦੇ ਨੇ, ਉਹ ਜਿਵੇਂ ਤੁਸੀਂ ਜ਼ਿਕਰ ਕੀਤਾ ਕਿ ਉਹਨਾਂ ਦੀ ਬੀਜੇਪੀ ਦੇ ਜਿਹੜੇ ਵਰਕਰਸ ਨੇ, ਬੀਜੇਪੀ ਦੇ ਜਿਹੜੇ ਲੀਡਰਸ ਨੇ, ਉਹ ਖਾਲਿਸਤਾਨੀ ਵੱਖਵਾਦੀ ਦਾ ਅਟੈਕ ਦਿੰਦੇ ਹੋਏ ਨਜ਼ਰ ਆਏ ਨੇ। ਲੱਗਦਾ ਕਿ ਇਹ ਸਾਰਾ ਧਿਆਨ ਫੇਰ ਪੰਜਾਬ ਵਾਲੀ ਡਿਵਰਟ ਕਰਨਾ ਚਾਹ ਰਹੇ ਨੇ, ਕਿਉਂਕਿ ਕਹਿ ਰਹੇ ਨੇ ਕਿ ਸਿੱਖਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ। ਵੇਖੋ ਗੁੰਮਰਾਹ ਤੇ ਉਹਨਾਂ ਨੂੰ ਕਰੀਦਾ ਜਿਹੜੇ ਬੰਦੇ ਅਨਪੜ੍ਹ ਹੋਣ, ਜਿਨ੍ਹਾਂ ਨੂੰ ਜਾਣਕਾਰੀ ਨਾ ਹੋਏ। ਇਨਡਾਇਰੈਕਟਲੀ ਇਹ ਜਿਹੜੇ ਸਾਡੇ ਵੀਰਾਂ ਭੈਣਾਂ ਬੈਠੇ ਨੇ, ਉਹਨਾਂ ਨੂੰ ਇਹ ਗੱਲ ਕਹਿਣ ਦੀ ਕੋਸ਼ਿਸ਼ ਕੀਤੀ ਹੈ ਕਿ ਸ਼ਾਇਦ ਇਹ ਆਪ ਆਪਣਾ ਚੰਗਾ ਜਾਂ ਬੁਰਾ ਨਾ ਸਮਝ ਜੋਗੇ ਹੋ। ਇਹਨਾਂ ਪਤਾ ਹੋਣਾ ਚਾਹੀਦਾ, ਅੱਜ ਤੇ ਪੜ੍ਹੇ ਲਿਖਿਆਂ ਦਾ ਜ਼ਮਾਨਾ, ਸਾਰਿਆਂ ਦੇ ਬੱਚੇ ਪੜ੍ਹੇ ਲਿਖੇ ਨੇ, ਸੋਸ਼ਲ ਮੀਡੀਆ ਦਾ ਜ਼ਮਾਨਾ। ਕੋਈ ਇਹੋ ਜਿਹਾ ਬੰਦਾ ਹੈ ਨਹੀਂ ਕਿ ਹਜ਼ਾਰਾਂ ਬੰਦਿਆਂ ਨੂੰ ਕੋਈ ਮਿਸਲੀਡ ਕਰ ਸਕਦਾ। ਮਿਸਲੀਡ ਜੇ ਕਿਸੇ ਨੇ ਕਰਨਾ, ਕੋਈ ਦਿਹਾੜੀ 2 ਦਿਨ 4 ਦਿਨ ਕਰ ਸਕਦਾ, ਕਿ ਪਿਛਲੇ 6 ਮਹੀਨੇ ਤੋਂ ਸਪਟੈਂਬਰ ਤੋਂ ਕੰਮ ਸ਼ੁਰੂ ਹੋ ਰਿਹਾ, ਸਪਟੈਂਬਰ ਤੋਂ ਲੈ ਕੇ ਅੱਜ ਤੱਕ 5 ਮਹੀਨੇ ਹੋ ਗਏ। ਕੋਈ ਮਿਸਲੀਡ ਨਹੀਂ ਕਰਦਾ, ਮਿਸਲੈਡ ਖੁਦ ਹੋਏ। ਮਨਮੋਹਨ ਸਿੰਘ ਜੀ ਵੀ ਬੈਠੇ ਹੋਏ ਸੀ, ਉਹਨਾਂ ਦਾ ਖਾਸ ਤੌਰ ਤੇ ਉਹਨਾਂ ਨੇ ਜ਼ਿਕਰ ਕੀਤਾ, ਕਹਿੰਦੇ ਜਿਹੜੀ ਚੀਜ਼ ਮਨਮੋਹਨ ਸਿੰਘ ਜੀ ਕਰਨਾ ਚਾਹੁੰਦੇ ਸੀਗੇ ਉਹ ਮੈਂ ਕਰ ਰਿਹਾ। ਕਾਂਗਰਸ ਨੂੰ ਗਰਵ ਹੋਣਾ ਚਾਹੀਦਾ ਕਿ ਦੇਖੋ ਜੋ ਮਨਮੋਹਨ ਸਿੰਘ ਕਰਨਾ ਚਾਹੁੰਦੇ ਸੀ ਉਹ ਮੋਦੀ ਕਰ ਰਹੇ ਨੇ। ਮਨਮੋਹਨ ਸਿੰਘ ਜੀ ਕਿਸਾਨਾਂ ਦੀ ਬਿਹਤਰੀ ਕਰਨਾ ਚਾਹੁੰਦੇ ਸੀ, ਤੁਸੀਂ ਅਡਾਨੀਆਂ ਦੀ ਬਿਹਤਰੀ ਕਰਨਾ ਚਾਹੁੰਦੇ ਹੋ। ਇਹ ਫਰਕ ਹੈ ਬਸ ਉਹਦੇ 'ਚ। ਮਨਮੋਹਨ ਸਿੰਘ ਦੀ ਬਿਹਤਰੀ ਜਿਹੜੀ ਸੀ ਉਹ ਕਿਸਾਨਾਂ ਦੀ ਸੀ, ਇਹਨਾਂ ਦੀ ਬਿਹਤਰੀ ਅਡਾਨੀਆਂ ਦੀ ਹੈ, ਬਸ ਇੰਨਾ ਹੀ ਫਰਕ। ਉਹਨਾਂ ਨੇ ਖਾਸ ਤੌਰ ਤੇ ਕਿਹਾ ਕਿ ਮਨਮੋਹਨ ਸਿੰਘ ਜੀ ਵੀ ਚਾਹੁੰਦੇ ਸੀ ਕਿ ਪੂਰੇ ਸਟੇਟ ਦੀ ਜਿਹੜੀ ਹੈਗੀ ਹੈ ਜਾਂ ਪੂਰੇ ਦੇਸ਼ ਦੀ ਜਿਹੜੀ ਹੈਗੀ ਹੈ ਉਹ ਕੋਈ ਮੰਡੀ ਹੋ ਜਾਵੇ, ਜਾਂ ਕਹਿ ਲਓ ਕਿ ਉਹਨਾਂ ਦੇ ਵੱਲੋਂ ਕ੍ਰਿਸ਼ੀ ਨੂੰ ਸੁਧਾਰ ਜਿਹੜਾ ਹੈਗਾ ਉਹ ਲੈ ਕੇ ਆਉਂਦਾ ਜਾਵੇ। ਨਹੀਂ, ਉਹ ਮੰਡੀਆਂ ਦੀ ਗੱਲ ਨਹੀਂ ਕਹੀ। ਉਹਨੇ ਕਿਹਾ ਕਿ ਮਨਮੋਹਨ ਸਿੰਘ ਜੀ ਵੀ ਰਿਫਾਰਮ ਚਾਹੁੰਦੇ ਸੀ। ਰਿਫਾਰਮ ਕਿਹੜੇ ਕਿਸਮ ਦਾ ਰਿਫਾਰਮ ਹੈ ਉਹਦਾ ਫਰਕ ਹੈ। ਅਸੀਂ ਤੁਹਾਨੂੰ ਦੱਸਿਆ ਨਾ, ਇੱਕ ਰਿਫਾਰਮ ਹੈ ਕਿਸਾਨੀ ਦੇ ਹੱਕ 'ਚ, ਇੱਕ ਰਿਫਾਰਮ ਹੈ ਕਾਰਪੋਰੇਟ ਦੇ ਹੱਕ 'ਚ। ਜਿਹੜਾ ਮੋਦੀ ਸਾਹਿਬ ਨੇ ਰਿਫਾਰਮ ਕੀਤਾ ਕਾਰਪੋਰੇਟਸ ਦੇ ਹੱਕ 'ਚ ਕੀਤਾ ਹੈ। ਮਨਮੋਹਨ ਸਿੰਘ ਜਿਹੜਾ ਲੈ ਕੇ ਆਣੇ ਚਾਹੁੰਦੇ ਉਹ ਕਿਸਾਨੀ ਦੇ ਹੱਕ ਸੀ, ਉਹਨੂੰ ਅਸੀਂ ਅੱਜ ਵੀ ਵੈਲਕਮ ਕਰ ਰਹੇ ਹਾਂ। ਇਹਨਾਂ ਨੂੰ ਵੀ ਕਿਹਾ ਤੁਸੀਂ ਸਾਰੇ ਸਟੇਕ ਹੋਲਡਰਸ ਨਾਲ ਗੱਲ ਕਰ ਲਓ, ਜੇ ਕਿਸਾਨੀ ਦੇ ਹੱਕ 'ਚ ਹੀ ਸਪੋਰਟ ਕਰਨ ਨੂੰ ਤਿਆਰ। ਮੈਂ ਵੀ ਆਪਣੇ ਜਿੱਦਣ ਉਦਣ ਬੋਲਿਆ, ਮੈਂ 2 ਦਿਨ ਪਹਿਲੇ ਇਹੀ ਗੱਲ ਕਹੀ, ਕਾਰਪੋਰੇਟਸ ਦੇ ਹੱਕ 'ਚ ਨਹੀਂ ਇਹ ਸਪੋਰਟ ਕਰਨੀ, ਕਿਸਾਨਾਂ ਦੇ ਹੱਕ 'ਚ ਹੀ ਸਪੋਰਟ ਕਰਨ ਨੂੰ ਹਰ ਰਿਫਾਰਮ ਨੂੰ ਤਿਆਰ ਹੈ। ਹਰ ਕੋਈ ਜ਼ਰੂਰ ਸਦਨ ਦੇ ਵਿੱਚ ਬੋਲ ਰਿਹਾ ਹੈਗਾ, ਪਰ ਪ੍ਰਧਾਨ ਮੰਤਰੀ ਮੋਦੀ ਹੋਣੀ ਇਹ ਗੱਲ ਕਿਉਂ ਕਹਿੰਦੇ ਨੇ, ਨਰਿੰਦਰ ਤੋਮਰ ਉਹ ਇਹ ਗੱਲ ਕਿਉਂ ਕਹਿੰਦੇ ਨੇ, ਕਹਿੰਦੇ ਕੀ ਕਾਲਾ ਹੈਗਾ ਉਹ ਅਜੇ ਤੱਕ ਕੋਈ ਗਣਾ ਨਹੀਂ ਪਾਇਆ ਹੈਗਾ। ਅੰਦੋਲਨ ਦੀ ਕਹਿੰਦੇ ਗੱਲ ਹੋ ਰਹੀ ਹੈ, ਠੀਕ ਹੈ, ਅੰਦੋਲਨ ਦੇ ਬਾਰੇ ਦੱਸ ਰਹੇ ਨੇ ਕਿਵੇਂ ਚੱਲ ਰਿਹਾ, ਕੀ ਹੋ ਰਿਹਾ, ਕਹਿੰਦੇ ਕਾਲਾ ਕੀ ਹੈ ਉਹਦੇ ਬਾਰੇ ਕੋਈ ਨਹੀਂ ਗਣਾ ਪਾ ਰਿਹਾ। ਕਾਲਾ ਇਹਨਾਂ ਦਾ ਜਿਹੜਾ ਨੀਅਤ ਹੈ ਉਹ ਕਾਲੀ ਹੈ। ਕਾਨੂੰਨ ਕਾਲਾ ਕਿਉਂ ਕਹਿ ਰਹੇ ਨੇ, ਕਿਉਂਕਿ ਨੀਅਤ ਕਾਲੀ ਸੀ। ਕਰੋਨਾ ਦੇ ਦੌਰਾਨ ਆਰਡੀਨੈਂਸ ਲੈ ਕੇ ਆਣਾ, ਪਾਰਲੀਮੈਂਟ ਦੇ ਵਿੱਚ ਜਿੱਥੇ VOTING ਹੋਣੀ ਸੀ ਉੱਥੇ ਵੋਟ ਨਾ ਪੈਣ ਦੇਣੀ, ਉਹ ਇਹਨਾਂ ਦੀ ਨੀਅਤ ਕਾਲੀ ਸੀ, ਉਹਨੂੰ ਤਾਂ ਹੀ ਕਾਲਾ ਕਾਨੂੰਨ ਕਹਿ ਰਹੇ ਨੇ। ਇਹ ਲੱਭਦੇ ਨੇ ਟੈਕਨੀਕਲੀ ਦੱਸੋ, ਅਸੀਂ ਦੱਸਦੇ ਹਾਂ ਹੋਲਿਸਟਿਕ ਤੌਰ ਤੇ ਕਿ ਤੁਹਾਡੀ ਨੀਅਤ ਤੇ ਲੋਕਾਂ ਨੂੰ ਸ਼ੰਕਾ ਹੈ, ਇਸੇ ਗੱਲ ਕਾਰਨ ਇਹਨਾਂ ਨੂੰ ਕਾਲੇ ਕਾਨੂੰਨ ਦੱਸਿਆ ਜਾ ਰਿਹਾ। ਜੇ ਕਾਨੂੰਨ ਬਿਲਕੁਲ ਜੈਨੂਇਨ ਹੁੰਦੇ, ਇਹ ਫਿਰ ਕਿਉਂ ਕਹਿ ਰਹੇ ਨੇ 1.5 ਸਾਲ ਵਾਸਤੇ ਅਸੀਂ ਕਾਨੂੰਨ ਰਾਖਵੇਂ ਰੱਖ ਦਿੰਦੇ ਹਾਂ? ਇਹ ਕਿਉਂ ਕਹਿ ਰਹੇ ਨੇ ਅਸੀਂ ਤਰਮੀਮ ਜਿਹੜੀ ਕਹੋ ਕਰਨ ਨੂੰ ਤਿਆਰ ਹਾਂ? ਉਹਦਾ ਮਤਲਬ ਕਾਨੂੰਨਾਂ ਵਿੱਚ ਕਮੀ ਹੈ ਕਿ ਨਹੀਂ ਜੀ? ਜੇ ਕਾਨੂੰਨਾਂ 'ਚ ਕਮੀ ਕੋਈ ਨਾ ਹੁੰਦੀ ਤੇ ਮੰਨਦੇ ਹੀ ਨਾ ਤਰਮੀਮ ਨੂੰ। ਟੈਕਨੀਕਲੀ ਵੀ ਸਮਝਾਇਆ ਜਾਊਗਾ ਇਹਨਾਂ ਨੂੰ ਜੇਕਰ ਮੌਕਾ ਮਿਲਿਆ। ਬਾਜਵਾ ਸਾਹਿਬ ਨੂੰ ਵੀ ਮੌਕਾ ਮਿਲਦਾ, ਕਿਉਂਕਿ ਤੁਹਾਡੀ ਸਪੀਚ ਨੇ ਇੱਕ ਬਹੁਤ ਇਫੈਕਟ ਪਾਇਆ ਬਾਜਵਾ ਸਾਹਿਬ। ਜੇ ਮੌਕਾ ਮਿਲਦਾ ਹੁਣ ਦੁਬਾਰਾ ਫਿਰ ਟੈਕਨੀਕਲੀ ਵੀ ਸਮਝਾ ਦਿੱਤਾ ਜਾਊਗਾ। 110% ਅਸੀਂ ਤੇ ਇੱਕੋ ਗੱਲ ਕਹਿ ਰਹੇ ਹਾਂ। ਵੇਖੋ ਅਸੀਂ ਮੰਗ ਕੀ ਕਰ ਰਹੇ ਹਾਂ, ਅਸੀਂ ਕਹਿ ਰਹੇ ਹਾਂ 1.5 ਸਾਲ ਤੁਸੀਂ ਕਹਿੰਦੇ ਹੋ ਇਹਨਾਂ ਨੂੰ ਲੈਪਸ ਕਰ ਦਿੰਦੇ, ਤੁਸੀਂ 1.5 ਸਾਲ ਵਾਸਤੇ ਵਾਪਸ ਲੈ ਲਓ। ਮੈਂ ਇਹਨਾਂ ਨੂੰ ਉਦੋਂ ਬੋਲਦੇ ਕਿਹਾ ਸੀ ਮੈਨੂੰ ਟੈਕਨੀਕਲੀ ਸਮਝਾਓ, ਕਾਨੂੰਨ ਲੈਪਸ ਹੋ ਜਾਣ ਜਾਂ ਵਾਪਸ ਲੈਣ 'ਚ ਫਰਕ ਕੀ ਹੈ? ਦੋਨਾਂ ਦਾ ਮਤਲਬ ਇੱਕੋ ਹੀ ਹੈ। ਬਸ ਤੁਸੀਂ ਮੇਰਾ ਮੁੱਛ ਦਾ ਸਵਾਲ ਬਣਾਇਆ ਕਿ ਅਸੀਂ ਇਹਨਾਂ ਨੂੰ ਰਿਪੀਲ ਸ਼ਬਦ ਜਿਹੜਾ ਉਹ ਨਹੀਂ ਕਰਨਾ। ਤੁਸੀਂ ਹੋਰ ਜੋ ਮਰਜ਼ੀ ਕਰ ਲਓ, ਰਿਪੀਲ ਸ਼ਬਦ ਨਾ ਕਹੋ, ਹੋਰ ਅਸੀਂ ਹਰ ਕੰਮ ਕਰਨ ਨੂੰ ਤਿਆਰ ਹਾਂ। ਤੇ ਮੈਂ ਕਿਹਾ ਤੁਸੀਂ ਮੇਰੀ ਮੁੱਛ ਦਾ ਸਵਾਲ ਨਾ ਬਣਾਓ। MSP ਦਾ ਵੀ ਜ਼ਿਕਰ ਕਰ ਗਿਆ ਅੱਜ ਫਿਰ, ਕਹਿੰਦੇ MSP ਥੀ ਹੈ ਰਹੇਗੀ। ਉਹ ਤੇ ਇਹਨਾਂ ਨੇ ਕਰਨਾ ਹੀ ਸੀ ਕਿਉਂਕਿ ਕਾਬੂ ਆ ਗਏ ਨੇ। ਇਹ ਜੋ ਇਹ ਕੰਮ ਕਰਨਾ ਚਾਹੁੰਦੇ ਸੀ, ਕਿਸਾਨ ਇੰਨੀ ਵੱਡੀ ਮੂਵਮੈਂਟ ਚੱਲ ਗਈ, ਇਹ ਕਾਬੂ ਆ ਗਏ, ਹੁਣ ਇਹਨਾਂ ਨੂੰ ਬਦਲਣਾ। ਬੇਸਿਕਲੀ ਤੇ MSP ਬੰਦ ਕਰਨ ਦਾ ਹੀ ਮਨਸੂਬਾ ਸੀ, ਬਟ ਉਹ ਸੀ ਕਿ 2-3 ਸਾਲਾਂ ਦੇ ਵਿੱਚ ਆਹਿਸਤਾ ਕਾਰਪੋਰੇਟ ਹਾਊਸਿਸ ਨੂੰ ਲਿਆਵਾਂਗੇ, ਖਰੀਦ ਉਹ ਕਰਿਆ ਕਰਨਗੇ ਤੇ ਆਪਣੇ ਆਪ MSP ਖਤਮ ਹੋ ਜਾਏਗੀ। ਹੁਣ ਕਿਉਂਕਿ ਕਾਬੂ ਆ ਗਏ ਨੇ ਸ਼ੁਰੂ ਦੇ ਵਿੱਚ ਹੀ, ਤਾਂ ਹੁਣ ਜੋ ਮਰਜ਼ੀ ਬਹਾਨਾ ਲਾ ਰਹੇ ਨੇ, ਹੁਣ ਲੋਕਾਂ ਨੂੰ ਐਕਸੈਪਟ ਕਰਨਾ ਪਏਗਾ।
ਅੰਦੋਲਨ ਜੀਵੀ ਇੱਕ ਨਵੀਂ ਟਰਮ ਕੱਢ ਦਿੱਤੀ ਹੈ ਪ੍ਰਧਾਨ ਮੰਤਰੀ ਮੋਦੀ। ਉਹਨਾਂ ਨੇ ਕਹਿੰਦੇ ਕੁਝ ਅੰਦੋਲਨ ਜੀਵੀ ਹੈਗੇ ਨੇ ਜਿਹੜੇ ਮੌਕਾ ਦੇਖਦੇ ਨੇ, ਫਿਰ ਉਹ ਭਾਵੇਂ ਕਿਸਾਨਾਂ ਦਾ ਹੋਵੇ, ਲਾਇਰਸ ਦਾ ਹੋਵੇ, ਸਟੂਡੈਂਟਸ ਦਾ ਹੋਵੇ, ਮਜ਼ਦੂਰਾਂ ਦਾ ਹੋਵੇ, ਹਰ ਜਗ੍ਹਾ ਦੇ ਵਿੱਚ ਜਾ ਕੇ ਆਪਣੇ ਆਪ ਨੂੰ ਫਸਾ ਲੈਂਦੇ ਨੇ ਤੇ ਅੰਦੋਲਨ ਨੂੰ ਖਰਾਬ ਕਰਦੇ ਨੇ। ਕੀ ਲੱਗਦਾ, ਤੁਸੀਂ ਕੀ ਐਨਾਲਾਈਜ਼ ਕਰਦੇ ਹੋ? ਯੋਗੇਂਦਰ ਯਾਦਵ ਉਹਨਾਂ ਦੇ ਤੇ ਟਾਰਗੇਟ ਸੀਗਾ? ਮੈਨੂੰ ਨਹੀਂ ਪਤਾ ਕਿਹਦੇ ਤੇ ਸੀ, ਬਟ ਲੈਫਟਿਸਟ ਪਾਰਟੀਆਂ ਤੇ ਸੀ। ਬਟ ਮੋਦੀ ਸਾਹਿਬ ਨੂੰ ਮੈਂ ਇਹ ਕਹਿਣਾ ਚਾਹੁੰਦਾ ਕਿ ਕੰਮ ਤੁਸੀਂ ਕੀਤਾ, ਜਦੋਂ ਇਨਜਸਟਿਸ ਲਾਅ ਬਣ ਜਾਂਦੀ ਹੈ ਤੇ ਉਹਦੇ ਖਿਲਾਫ ਖੜੇ ਹੋਣਾ ਫਿਰ ਲੋਕਾਂ ਦੀ ਇੱਕ ਡਿਊਟੀ ਬਣ ਜਾਂਦੀ। ਜਦੋਂ ਇਨਜਸਟਿਸ ਕਾਨੂੰਨ ਬਣ ਜਾਂਦਾ ਹੈ ਤੇ ਲੋਕਾਂ ਦਾ ਉਹਦੇ ਖਿਲਾਫ ਖਲੋਣਾ ਜਿਹੜਾ ਨਾ ਉਹ ਉਹਨਾਂ ਦੀ ਇੱਕ ਨੈਤਿਕ ਜ਼ਿੰਮੇਵਾਰੀ ਬਣ ਜਾਂਦੀ। ਤੁਸੀਂ ਇਹੋ ਜਿਹਾ ਗਲਤ ਕਾਨੂੰਨ ਲਿਆਂਦੇ ਤੇ ਫਿਰ ਕੋਈ ਇਸ ਕਿਸਮ ਦਾ ਅਨਸਰ ਵੀ ਹੈ ਜਿਹਨੂੰ ਤੁਸੀਂ ਕਹਿ ਰਹੇ ਹੋ, ਜਿਹੜਾ ਗਰਾਊਂਡ ਲੱਭਦਾ ਉਹਨੂੰ ਤੁਸੀਂ ਗਰਾਊਂਡ ਦੇਤੀ। ਗਰਾਊਂਡ ਤੇ ਤੁਸੀਂ ਦਿੱਤੀ ਨਾ, ਅੱਜ ਵਾਪਸ ਲੈ ਲਓ, ਗਰਾਊਂਡ ਖਤਮ ਹੋ ਜਾਏਗੀ। ਕੀ ਲੱਗਦਾ ਹੱਲ ਕਿਵੇਂ ਨਿਕਲੂਗਾ? ਲੱਗਦਾ ਹੈ ਅੰਦੋਲਨ ਲੰਬਾ ਚੱਲੂਗਾ ਜਾਂ ਫਿਰ ਸਰਕਾਰ ਦਾ ਮੂਡ ਹੈ ਇਸ ਨੂੰ ਖਤਮ ਕਰਨ? ਦੇਖੋ, ਗੱਲ ਇਸ ਤਰ੍ਹਾਂ, ਪ੍ਰਾਈਮ ਮਿਨਿਸਟਰ ਸਾਹਿਬ ਫਲੋਰ ਆਫ ਦੀ ਹਾਊਸ ਤੋਂ ਜੋ ਮਰਜ਼ੀ ਕਹਿਣ, ਇੱਕ ਇੰਡੀਕੇਸ਼ਨ ਜ਼ਰੂਰ ਦੇ ਗਏ ਨੇ ਕਿ ਜੇ ਅਸੀਂ ਫਰਦਰ ਗੱਲ ਕਰਨ ਨੂੰ ਤਿਆਰ ਆ। ਮੇਰਾ ਖਿਆਲ ਕੋਈ ਨਾ ਕੋਈ ਰਸਤਾ ਜ਼ਰੂਰ ਨਿਕਲੇਗਾ। ਬਹੁਤਾ ਲੰਬਾ ਅਰਸਾ ਕਿਸੇ ਵੀ ਸਰਕਾਰ ਨੂੰ ਇਸ ਕਿਸਮ ਦਾ ਜਿਹੜਾ ਪ੍ਰੋਟੈਸਟਰਸ ਦਾ ਬਹਿਣਾ ਹੈ ਲੰਬਾ ਅਰਸਾ, ਉਹਨਾਂ ਦੀ ਇੰਟਰਨੈਸ਼ਨਲ ਇਮੇਜ ਵਾਸਤੇ ਬੜਾ ਨੁਕਸਾਨਦਾਇਕ। ਜਿੱਥੇ ਸਾਨੂੰ ਬਹੁਤ ਸਾਰਾ ਇਕਨੋਮਿਕ ਨੁਕਸਾਨ ਹੋ ਰਿਹਾ, ਕਿਸਾਨਾਂ ਨਾਲ ਬਹੁਤਾ ਲੰਬੀ ਦੇਰ ਜਿਹੜੀ ਹੈ ਮੂਵਮੈਂਟ ਜਿਹੜੀ ਹੈ ਇਹ ਦੇਸ਼ ਦੀ ਇੰਟਰਸਟ ਵਿੱਚ ਨਹੀਂ। ਉਹਦਾ ਵੀ ਜ਼ਿਕਰ ਕੀਤਾ, ਐਫਡੀਆਈ ਨੂੰ ਨਵਾਂ ਟਰਮ ਦਿੱਤਾ ਹੈਗਾ, ਫੋਰਨ ਡਿਸਟਰਕਟਿਵ ਆਈਡੀਓਲੋਜੀ। ਕਹਿੰਦੇ ਇਹੋ ਜਿਹੀ ਆਈਡੀਓਲੋਜੀਜ਼ ਜਿਹੜੀਆਂ ਹੈਗੀਆਂ ਉਹ ਕੰਮ ਖਰਾਬ ਕਰ ਰਹੀਆਂ। ਵੇਖੋ, ਇਹ ਤੇ ਹੁਣ ਗਲਤੀ ਇਹਨਾਂ ਦੀ ਹੈ, ਜਿਹਦਾ ਮਰਜ਼ੀ ਨਾਂ ਕਦੀ ਕਾਮਰੇਡਾਂ ਦਾ ਲੈ ਦਿੰਦੇ ਹੋ, ਕਦੀ ਬਾਹਰਲਿਆਂ ਦਾ ਨਾਂ ਲੈ ਦਿੰਦੇ ਹੋ। ਤੁਸੀਂ ਇਹ ਕਾਨੂੰਨ ਵਾਪਸ ਲੈ ਲਓ, ਕਾਮਰੇਡ ਵੀ ਘਰਾਂ ਨੂੰ ਤੁਰ ਜਾਣਗੇ ਤੇ ਜਿਹੜੀ ਐਫਡੀਆਈ ਬਾਹਰੋਂ ਆਈ ਉਹ ਵੀ ਵਾਪਸ ਚਲੀ ਜਾਏਗੀ। ਫੋਰਨ ਜਿਹੜੀ ਡਿਸਟਰਕਟਿਵ ਆਈਡੀਓਲੋਜੀ ਉਹ ਵੀ ਖਤਮ ਹੋ ਜਾਏਗੀ। ਮੌਕਾ ਤੇ ਤੁਸੀਂ ਦਿੱਤਾ ਨਾ, ਗਰਾਊਂਡ ਤੇ ਤੁਸੀਂ ਪ੍ਰਿਪੇਅਰ ਕੀਤੀ ਹੈ, ਪੈੜੀ ਤੁਸੀਂ ਵਾਹੀ ਹੈ, ਉਹਦੇ ਵਿੱਚ ਬੀਜ ਕਿੰਨੇ ਸੁੱਟਤਾ ਉਹ ਤੇ ਮੌਕੇ ਦੇ ਲੋਕ ਹੀ ਦੱਸ ਸਕਦੇ ਨੇ। ਤੇ ਜੇ ਤੁਸੀਂ ਆਪਣਾ ਬਕਾਇਦਾ ਤੌਰ ਜਿਹੜਾ ਲੋਕ ਕਨਸੀਵ ਕਰਦੇ ਨੇ, ਲੋਕ ਜਿਹੜਾ ਕਿਸਾਨ ਕਨਸੀਵ ਕਰਦਾ ਕਿ ਸਾਡੇ ਫਾਇਦੇ 'ਚ ਹੈ ਨਹੀਂ, ਉਹ ਵਾਪਸ ਲੈਣ 'ਚ ਕੀ ਫਰਕ? ਕਿਸਾਨਾਂ ਦਾ ਦਰਦ ਨਜ਼ਰ ਆਇਆ ਤੁਹਾਨੂੰ? ਲੱਗਦਾ ਕਿ ਪ੍ਰਧਾਨ ਮੰਤਰੀ ਨੂੰ ਕਿਸਾਨਾਂ ਦਾ ਦਰਦ ਕੋਈ ਸੀਗਾ ਅੱਜ ਸਦਨ ਦੇ ਵਿੱਚ? ਇਹ ਤੇ ਪ੍ਰਧਾਨ ਮੰਤਰੀ ਜੀ ਦੱਸ ਸਕਦੇ ਨੇ ਇਹ ਕਿ ਹੈ ਸੀ ਕਿ ਨਹੀਂ ਸੀ, ਬਟ ਚਿੰਤਾ ਤੇ ਜ਼ਰੂਰ ਉਹਨਾਂ ਨੇ ਪ੍ਰਗਟਾਈ ਹੈ। ਹਾਂਜੀ, ਬਹੁਤ ਧੰਨਵਾਦ ਬਾਜਵਾ ਸਾਹਿਬ। ਤਾਂ ਪ੍ਰਤਾਪ ਸਿੰਘ ਬਾਜਵਾ ਹੋਣੀ ਗੱਲਬਾਤ ਕਰ ਰਹੇ ਸੀ ਕਿ ਕਿਸ ਤਰੀਕੇ ਦੇ ਨਾਲ ਸਰਕਾਰ ਨੂੰ ਚਾਹੀਦਾ ਹੈ ਕਿ ਹੁਣ ਇਸ ਮਸਲੇ ਦਾ ਜਿਹੜਾ ਹੈ ਉਹ ਹੱਲ ਕਰ ਲੈਣਾ ਚਾਹੀਦਾ, ਕਿਉਂਕਿ ਮੌਕਾ ਇਹਨਾਂ ਦੇ ਵੱਲੋਂ ਹੀ, ਫਿਰ ਉਹ ਭਾਵੇਂ ਫੋਰਨ ਦੇ ਵਿੱਚ ਬੈਠੇ ਹੋਏ ਲੋਕ ਹੋਣ ਜਾਂ ਕੋਈ ਲੈਫਟ ਪਾਰਟੀ ਹੋਵੇ, ਉਹਨਾਂ ਨੂੰ ਦਿੱਤਾ ਜਾ ਰਿਹਾ। ਕੈਮਰਾਮੈਨ ਬਜਿੰਦਰ ਦੇ ਨਾਲ ਗਗਨਦੀਪ ਸਿੰਘ, ਟੀਵੀ ਪੰਜਾਬ, ਦਿੱਲੀ। ਸਤਿ ਸ਼੍ਰੀ ਅਕਾਲ ਜੀ, ਮੈਂ ਨਿਰਮਲ ਮਾਨ, ਊੜਾ ਟੈਕਸ ਸੈਟਲਮੈਂਟ ਤੋਂ। ਇਹ ਤੁਸੀਂ ਵੀਡੀਓ ਦੇਖ ਰਹੇ ਸੀ ਟੀਵੀ ਪੰਜਾਬ ਦੇ ਉੱਤੇ। ਇਹੋ ਜਿਹੇ ਹੋਰ ਜਾਣਕਾਰੀ ਭਰਪੂਰ ਵੀਡੀਓ ਦੇਖਣ ਵਾਸਤੇ ਟੀਵੀ ਪੰਜਾਬ ਦੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਹੇਠ ਦਿੱਤੇ ਹੋਏ ਬੈਲ ਆਈਕਨ ਦੇ ਬਟਨ ਦਬਾਓ। ਸਤਿ ਸ਼੍ਰੀ ਅਕਾਲ।